ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਲੇਖ ਪੁਸਤਕ ਦੇ ਵਿੱਚ ਅੱਜ ਅਸੀਂ ਜੋ ਪਹਿਲਾ ਪ੍ਰਕਰਨ ਪ੍ਰਾਰੰਭ ਕਰਨ ਜਾ ਰਹੇ ਹਾਂ, ਸਰਲੇਖ ਦਾ ਪਹਿਲਾ ਜੋ ਪ੍ਰਕਰਨ ਹੈ, ਪਹਿਲਾ ਜੋ ਸਟੈਪ ਹੈ, ਉਹ ਹੈ ਮੂਲ ਮੰਤਰ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਮੂਲ ਮੰਤਰ ਦਾ ਸਵਰੂਪ ਜਿਹੜਾ ਹੈ, ਉਹ ਮੁੱਖ ਰੂਪ ਦੇ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਗੁਰਪ੍ਰਸਾਦ ਤੱਕ ਜੋ ਸ਼ਬਦ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 33 ਵਾਰ ਇਹ ਆਉਣਾ ਕੀਤਾ ਹੈ। ਸਿੱਖ ਰਹਿਤ ਮਰਿਆਦਾ ਦੇ ਅੰਦਰ ਜਦੋਂ ਅਸੀਂ ਵਿਚਾਰਦੇ ਹਾਂ ਤੇ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਸਾਹਿਬਾਨ ਇਸੇ ਮੂਲ ਮੰਤਰ ਨੂੰ ਹੀ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਅਰਪਣ ਕਰਦੇ ਨੇ ਕਿ ਹਰੇਕ ਗੁਰਸਿੱਖ ਇਹ ਮੂਲ ਮੰਤਰ ਦਾ ਜਾਪ ਅੰਮ੍ਰਿਤ ਵੇਲੇ ਕਰਨ। ਮੂਲ ਮੰਤਰ ਦੇ ਵਿੱਚ ਜੋ ਇਹ ਸਵਰੂਪ ਆਉਂਦਾ ਹੈ, ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਜੋ ਕਿ ਲਿਖਣਾ ਕੀਤਾ, ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਮੂਲ ਮੰਤਰ ਦੇ ਜੋ ਰੂਪ ਦੇ ਵਿੱਚ ਅਸੀਂ ਜਦੋਂ ਸ਼ਬਦ ਨੂੰ ਵਿਚਾਰਦੇ ਹਾਂ ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓੰਕਾਰ ਤੋਂ ਭਾਵ ਹੈ ਕਿ ਹੇ ਪ੍ਰਭੂ ਪਰਮਾਤਮਾ, ਤੂੰ ਇੱਕ ਹੈ, ਸਰਬ ਵਿਆਪਕ ਹੈ, ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤਿੰਨਾਂ ਕਾਲਾਂ ਦੇ ਵਿੱਚ ਹਰ ਵਕਤ ਪ੍ਰਭੂ ਪਰਮਾਤਮਾ ਤੂੰ ਮੌਜੂਦ ਹੈ, ਤੂੰ ਇੱਕ ਹੈ। ਤੇਰੇ ਵਾਸਤੇ ਕੋਈ ਵੱਖਰੇ ਵੱਖਰੇ ਰੂਪ ਨਹੀਂ, ਤੇਰਾ ਕੋਈ ਰੰਗ ਨਹੀਂ, ਤੇਰਾ ਕੋਈ ਰੇਖ ਨਹੀਂ, ਤੇਰਾ ਆਕਾਰ ਨਹੀਂ। ਸਤਨਾਮ ਤੋਂ ਭਾਵ ਹੈ ਕਿ ਹੇ ਪ੍ਰਭੂ ਪਰਮਾਤਮਾ, ਤੂੰ ਸਤ ਹੈ, ਤੂੰ ਸਦਾ ਕਾਲ ਵਾਸਤੇ ਟਿਕਿਆ ਹੋਇਆ ਹੈ। ਤੇਰੇ ਟਿਕੇ ਰਹਿਣ ਦੇ ਵਿੱਚ ਹੀ ਸਾਰੀ ਕਾਇਨਾਤ ਟਿਕੀ ਹੋਈ ਹੈ। ਤੂੰ ਸਦਾ, ਤੂੰ ਨਾ ਆਉਣ ਵਾਲਾ ਹੈ ਨਾ ਜਾਣ ਵਾਲਾ ਹੈ, ਸਦਾ ਲਈ ਤੂੰ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਹੈ। ਤੇਰੀ ਜਿਹੜੀ ਮੂਰਤ ਹੈ, ਤੇਰੀ ਹਸਤੀ ਜਿਹੜੀ ਹੈ, ਉਹ ਕਾਲ ਦੇ ਸਮੇਂ ਦੇ ਚੱਕਰ ਤੋਂ ਰਹਿਤ ਹੈ। ਤੂੰ ਹਮੇਸ਼ਾ ਦੇ ਲਈ ਤੂੰ ਬਿਲਕੁਲ ਸੱਚ ਹੈ, ਇੱਕ ਟਿਕਿਆ ਹੋਇਆ ਸੱਚ। ਕਰਤਾ ਪੁਰਖ, ਕਰਤਾ ਤੋਂ ਭਾਵ ਹੈ ਬਣਾਉਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ। ਉਹ ਮਾਲਕ ਪ੍ਰਭੂ ਪਰਮਾਤਮਾ, ਜਿਸ ਪਰਮਾਤਮਾ ਨੇ ਸਾਰੀ ਕਾਇਨਾਤ ਨੂੰ ਬਣਾਇਆ ਹੈ, ਜਿਸ ਮਾਲਕ ਨੇ ਸਾਰਿਆਂ ਨੂੰ ਬਣਾ ਕੇ ਉਹ ਸਾਰਿਆਂ ਦੇ ਵਿੱਚ ਆਪ ਮੌਜੂਦ ਰਹਿੰਦਾ ਹੈ, ਉਸ ਤੋਂ ਉਹ ਬਾਹਰ ਹੀ ਨਹੀਂ ਹੈ। ਦੇਖੋ, ਆਮ ਤੌਰ ਦੇ ਉੱਤੇ ਜਦੋਂ ਅਸੀਂ ਕੋਈ ਵੀ ਚੀਜ਼, ਕੋਈ ਵੀ ਪ੍ਰੋਡਕਟ ਬਾਹਰੋਂ ਕੋਈ ਲੈ ਕੇ ਆਉਂਦੇ ਹਾਂ, ਕੋਈ ਵੀ ਮਾਲਕ, ਕੰਪਨੀ ਦਾ ਮਾਲਕ ਕਦੀ ਵੀ ਆਪਣੀ ਬਣੀ ਹੋਈ ਚੀਜ਼ ਦੇ ਨਾਲ ਕਦੀ ਕਿਸੇ ਦੇ ਨਾਲ ਨਹੀਂ ਜਾਂਦਾ। ਤੇ ਕਮਾਲ ਦੀ ਗੱਲ ਦੇਖੋ, ਪਰਮਾਤਮਾ ਆਪ ਸਾਰੇ ਸਾਡੇ ਸਰੀਰ ਬਣਾਉਣਾ ਕੀਤੇ ਤੇ ਆਪ ਸਾਰਿਆਂ ਦੇ ਵਿੱਚ ਆਪ ਮੌਜੂਦ ਹੈ। ਆਪ ਉਸ ਪ੍ਰਭੂ ਪਰਮਾਤਮਾ ਨੇ ਆਪਣਾ ਸਰੂਪ ਤਿਆਰ ਕਰਕੇ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਪਰਮਾਤਮਾ ਨੇ ਸਾਡੇ ਸਾਰਿਆਂ ਦੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਸਾਨੂੰ ਆਪਣੇ ਵਿੱਚ ਰੱਖਿਆ ਤੇ ਆਪਣੇ ਆਪ ਨੂੰ ਵਿੱਚ ਸਮਾ ਕਰਕੇ ਸਾਰੇ ਸਾਹਮਣੇ ਪ੍ਰਗਟ ਕੀਤਾ। ਉਹ ਪ੍ਰਭੂ ਪਰਮਾਤਮਾ ਕਰਤਾ ਪੁਰਖ ਹੈ, ਸਾਰਿਆਂ ਨੂੰ ਬਣਾਉਣ ਵਾਲਾ ਹੈ, ਸਾਰਿਆਂ ਦੇ ਵਿੱਚ ਰਹਿਣ ਵਾਲਾ ਹੈ, ਉਹ ਮਾਲਕ ਹੈ। ਨਿਰਭਉ, ਭਉ ਤੋਂ ਭਾਵ ਹੈ ਡਰ, ਨਿਰ ਤੋਂ ਭਾਵ ਹੈ ਜਿਸ ਨੂੰ ਕੋਈ ਵੀ ਡਰ ਨਾ ਹੋਵੇ। ਨਿਰਭਉ, ਉਹ ਪ੍ਰਭੂ ਪਰਮਾਤਮਾ ਨਿਰਭਉ ਹੈ। ਡਰ ਤੇ ਉਸ ਨੂੰ ਹੋਵੇਗਾ ਨਾ ਕਿ ਜਿਹਦੇ ਸਾਹਮਣੇ ਕੁਝ ਹੋਵੇ, ਲੇਕਿਨ ਜਿਸ ਨੇ ਉਹ ਸਾਰਾ ਕੁਝ ਹੀ ਆਪ ਪੈਦਾ ਕੀਤਾ ਹੋਵੇਗਾ, ਉਹਨੂੰ ਡਰ ਕਿਸ ਤੋਂ ਹੋਵੇਗਾ? ਉਸ ਨੂੰ ਕੋਈ ਡਰਾਉਣ ਵਾਲਾ ਨਹੀਂ ਹੋ ਸਕਦਾ।
ਉਸ ਨੂੰ ਕੋਈ ਨਾ ਹੀ ਤਾਂ ਡਰਾ ਸਕਦਾ ਹੈ, ਨਾ ਹੀ ਕੋਈ ਸਤਾ ਸਕਦਾ ਹੈ, ਨਾ ਹੀ ਉਹਨੂੰ ਕੋਈ ਖੇਪ ਸਕਦਾ ਹੈ, ਉਸ ਨੂੰ ਕੋਈ ਤੰਗ ਕਰ ਸਕਦਾ ਹੈ। ਤੇ ਜਦੋਂ ਤੰਗ ਕਰਨ ਵਾਲਾ ਨਹੀਂ ਤੇ ਅਗਲਾ ਸ਼ਬਦ ਆਵੇਗਾ ਨਿਰਵੈਰ। ਨਿਰਵੈਰ ਤੋਂ ਭਾਵ ਹੈ ਜਿਸ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਨਹੀਂ। ਉਹ ਪ੍ਰਭੂ ਪਰਮਾਤਮਾ ਜਿਹਦਾ ਕਿਸੇ ਦੇ ਨਾਲ ਕੋਈ ਵੀ ਵੈਰ ਨਹੀਂ, ਕਿਉਂਕਿ ਸਾਰੇ ਉਹਦੇ ਪੈਦਾ ਕੀਤੇ ਪਏ ਨੇ। ਸਾਰੇ ਧੀਆਂ ਪੁੱਤ ਜਿੰਨੀ ਵੀ ਕਾਇਨਾਤ ਸਾਰੀ ਅਸੀਂ ਦੇਖਦੇ ਪਏ ਹਾਂ, ਤੇ ਉਹ ਉਸ ਦਾ ਕਿਸੇ ਦੇ ਨਾਲ ਕਿਵੇਂ ਕੋਈ ਵੈਰ ਹੋ ਸਕਦਾ ਹੈ? ਉਸ ਦਾ ਕਿਸੇ ਦੇ ਨਾਲ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਵੈਰ ਵਿਰੋਧ। ਅਕਾਲ ਮੂਰਤ, ਅਕਾਲ, ਕਾਲ ਤੋਂ ਭਾਵ ਹੈ ਸਮਾਂ। ਜਦੋਂ ਅਗੇਤਰ ਆ ਲੱਗ ਗਿਆ, ਅਕਾਲ ਤੋਂ ਭਾਵ ਹੈ ਜਿਹੜਾ ਸਮੇਂ ਦੀ ਰੇਖਾ ਚੱਕਰ ਦੇ ਵਿੱਚ ਨਹੀਂ ਆਉਂਦਾ। ਅਸੀਂ ਸਾਰੇ ਕਾਲ ਦੀ ਰੇਖਾ ਚੱਕਰ 'ਚ ਆਉਂਦੇ ਹਾਂ, ਸਮੇਂ ਦੀ ਚੱਕਰ 'ਚ ਆਉਂਦੇ ਹਾਂ, ਕਿਉਂਕਿ ਜਿਸ ਪ੍ਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਉਸ ਦੇ ਸਮਾਂ ਗਿਣਤੀ ਮਿਣਤੀ ਲਿਖ ਕੇ ਸਾਨੂੰ ਦਿੱਤੀ ਹੈ ਕਿ ਜਦੋਂ ਤੁਹਾਡੇ ਸਵਾਸ ਪੂਰੇ ਹੋ ਗਏ ਤੁਹਾਨੂੰ ਸੰਸਾਰ ਦੇ ਉੱਤੋਂ ਲੈ ਜਾਣਾ ਹੈ। ਲੇਕਿਨ ਪ੍ਰਭੂ ਪਰਮਾਤਮਾ ਅਕਾਲ ਹੈ, ਜਿਸ ਦਾ ਕੋਈ ਵੀ ਕਾਲ ਨਹੀਂ, ਜਿਸ ਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਸ ਨੂੰ ਕੋਈ ਮਾਰ ਨਹੀਂ ਸਕਦਾ, ਜਿਹੜਾ ਸਾਰੇ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਉਸ ਨੂੰ ਕੌਣ ਮਾਰੇਗਾ? ਉਹ ਉਸ ਨੂੰ ਕਾਲ ਦੇ ਵਿੱਚ ਕੌਣ ਲੈ ਕੇ ਆਵੇਗਾ? ਸਮੇਂ ਦੇ ਵਿੱਚ ਕੌਣ ਲੈ ਕੇ ਆਵੇਗਾ? ਉਹ ਉਸ ਦੀ ਹਸਤੀ ਜਿਹੜੀ ਹੈ, ਉਸ ਦੀ ਮੂਰਤ ਜਿਹੜੀ ਹੈ, ਉਹ ਸਮੇਂ ਚੱਕਰ ਤੋਂ ਬਾਹਰ ਹੀ ਹੈ, ਸਮੇਂ ਦੇ ਕਾਲ ਦੇ ਚੱਕਰ ਤੋਂ ਬਾਹਰ ਹੀ ਹੈ। ਉਹ ਪ੍ਰਭੂ ਪਰਮਾਤਮਾ ਸਮੇਂ ਤੋਂ ਬਾਹਰ ਹੈ। ਅਜੂਨੀ, ਅਜੂਨੀ ਤੋਂ ਭਾਵ ਹੈ, ਜੂਨ ਤੋਂ ਭਾਵ ਹੈ ਇੱਕ ਜ਼ਿੰਦਗੀ ਜਾਂ ਜੂਨ ਲੈ ਲਈਏ। ਮਨੁੱਖ ਇੱਕ ਜੂਨੀ ਹੈ, ਪਸ਼ੂ ਪੰਛੀ ਇੱਕ ਜੂਨੀਆਂ ਨੇ, ਲੇਕਿਨ ਪਰਮਾਤਮਾ ਅਜੂਨੀ ਹੈ, ਜਿਸ ਨੂੰ ਉਹ ਜੂਨ ਦੇ ਵਿੱਚ ਨਹੀਂ ਪੈਂਦਾ। ਉਹ ਜੂਨਾਂ ਤੋਂ ਰਹਿਤ ਹੈ। ਅਜੂਨੀ ਭਾਵ ਕਿ ਜੂਨਾਂ ਤੋਂ ਰਹਿਤ, ਉਹ ਜੂਨਾਂ ਦੇ ਵਿੱਚ ਨਹੀਂ ਪੈਂਦਾ। ਆਮ ਤੌਰ ਦੇ ਉੱਤੇ ਵੱਖ-ਵੱਖ ਮੱਤਾਂ ਦੇ ਅਨੁਸਾਰ ਵੱਖ-ਵੱਖ ਰੂਪਾਂ ਦੇ ਵਿੱਚ ਇਹ ਚੀਜ਼ਾਂ ਮੰਨੀਆਂ ਜਾਂਦੀਆਂ ਨੇ। ਇਨਸਾਨ 84 ਲੱਖ ਜੂਨਾਂ ਕੱਟਣ ਤੋਂ ਬਾਅਦ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਲੇਕਿਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੂਲ ਮੰਤਰ ਦੀ ਗੱਲ ਕੀਤੀ ਤੇ ਪਰਮਾਤਮਾ ਦੀ ਉਸਤਤ ਕਰਦਿਆਂ ਹੋਇਆਂ ਜਿਹੜੀ ਗੱਲ ਸਾਡੇ ਸਾਹਮਣੇ ਲਿਆਉਣਾ ਕੀਤੀ, ਉਹ ਹੈ ਪਰਮਾਤਮਾ ਅਜੂਨੀ ਹੈ। ਪਰਮਾਤਮਾ ਜਿਹੜਾ ਕਿ ਜੂਨਾਂ ਦੇ ਵਿੱਚ ਨਹੀਂ ਪੈਂਦਾ। ਸਹਿ ਭੰਗ, ਸਹਿ ਭੰਗ ਤੋਂ ਭਾਵ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਸ ਦੀ ਪੈਦਾਇਸ਼ ਆਪਣੇ ਆਪ ਤੋਂ ਹੈ। ਦੇਖੋ, ਦੁਨੀਆ ਦੀ ਕੋਈ ਵੀ ਵਸਤ ਹੈ, ਉਹ ਦੋ ਚੀਜ਼ਾਂ ਦੇ ਸੰਪਰਕ ਦੇ ਨਾਲ ਆਣ ਕੇ ਬਣੀ ਹੈ। ਸੱਚੇ ਪਾਤਸ਼ਾਹ ਗੁਰਬਾਣੀ 'ਚ ਬਚਨ ਕਰਦੇ ਨੇ ਕਿ ਮਾਤ ਪਿਤਾ ਬਿਨ ਬਾਲ ਨਾ ਹੋਏ। ਮਾਤਾ ਤੇ ਪਿਤਾ ਦੇ ਸੰਬੰਧ ਤੋਂ ਬਗੈਰ ਬੱਚੇ ਸੰਸਾਰ ਦੇ ਵਿੱਚ ਨਹੀਂ ਪੈਦਾ ਹੁੰਦੇ। ਲੇਕਿਨ ਪਰਮਾਤਮਾ ਦਾ ਜਿਹੜਾ ਸੰਬੰਧ ਹੈ, ਪਰਮਾਤਮਾ ਦੀ ਜਦੋਂ ਗੱਲ ਕਰਦੇ ਹਾਂ ਤੇ ਪਰਮਾਤਮਾ ਆਪਣੇ ਆਪ ਤੋਂ ਪ੍ਰਗਟ ਹੋਇਆ ਹੈ। ਉਹ ਕਿਸੇ ਦੇ ਦੁਆਰਾ ਪੈਦਾ ਨਹੀਂ ਕੀਤਾ ਗਿਆ, ਕਿਸੇ ਦੇ ਦੁਆਰਾ ਬਣਾਇਆ ਨਹੀਂ ਗਿਆ, ਕਿਉਂਕਿ ਖੁਦ ਉਹ ਬਣਾਉਣ ਦੇ ਲਾਇਕ ਸੀ। ਉਹ ਖੁਦ ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਹੋਇਆ ਤੇ ਖੁਦ ਉਹ ਆਪ ਹੀ ਬਣੇ। ਗੁਰ ਪ੍ਰਸਾਦ, ਗੁਰ ਪ੍ਰਸਾਦ ਤੋਂ ਭਾਵ ਹੈ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਗੁਰ ਪ੍ਰਸਾਦ ਤੋਂ ਭਾਵ ਹੈ ਕਿ ਪਰਮਾਤਮਾ ਦੀ ਜਿਹਦੇ ਉੱਤੇ ਰਹਿਮਤ ਹੋ ਜਾਂਦੀ ਹੈ, ਉਸ ਨੂੰ ਇਹ ਸਾਰੀ ਗੱਲ ਸਮਝ ਆ ਜਾਂਦੀ ਹੈ। ਇੱਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਨ ਦੇ ਵਾਸਤੇ, ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋਣ ਵਾਸਤੇ ਉਹ ਗੱਲ ਸਮਝ ਆ। ਮੂਲ ਮੰਤਰ ਦੇ ਰਹੱਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਓਂਕਾਰ ਤੱਕ ਪਹੁੰਚਣ ਦੀ ਜਦੋਂ ਗੱਲ ਆਉਂਦੀ ਹੈ ਤੇ ਸਾਨੂੰ ਇੱਕ ਰਹੱਸ, ਇੱਕ ਸਹਿਜਵਾਦ, ਇੱਕ ਅਧਿਆਤਮਕ ਮਾਰਗ ਦੇ ਪਾਂਧੀ ਬਣਨ ਦੇ ਵਾਸਤੇ ਸਾਨੂੰ ਇਸ ਨੂੰ ਵਿਚਾਰਨਾ ਪਵੇਗਾ। ਜੇਕਰ ਅਸੀਂ ਇੱਕ ਓਂਕਾਰ ਤੱਕ ਪਹੁੰਚਣਾ ਹੈ ਤੇ ਸਾਨੂੰ
ਗੁਰਪ੍ਰਸਾਦ ਤੋਂ ਤੁਰਨਾ ਪਵੇਗਾ। ਗੁਰੂ ਦੀ ਕਿਰਪਾ ਤੋਂ ਸਟਾਰਟ ਹੋਣਾ ਪਵੇਗਾ। ਜਦੋਂ ਸਾਡੇ ਜੀਵਨ ਦੇ ਵਿੱਚ ਗੁਰੂ ਦੀ ਕਿਰਪਾ ਆਵੇਗੀ, ਗੁਰੂ ਦੀ ਰਹਿਮਤ ਆਵੇਗੀ, ਗੁਰੂ ਦੀ ਬਖਸ਼ਿਸ਼ ਆਵੇਗੀ, ਤਾਂ ਸਾਡੇ ਸੋਝੀ ਪੈਣੀ ਸ਼ੁਰੂ ਹੋਏਗੀ ਕਿ ਉਹ ਪ੍ਰਭੂ ਪਰਮਾਤਮਾ ਸਹਿਭੰਗ ਕਿਵੇਂ ਹੋ ਸਕਦਾ ਹੈ, ਕਿਵੇਂ ਸਹਿਭੰਗ ਦੇ ਨਾਲ ਜੁੜਿਆ ਜਾ ਸਕਦਾ ਹੈ। ਉਹ ਪ੍ਰਭੂ ਪਰਮਾਤਮਾ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਹੈ, ਜਿਹੜਾ ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੈ, ਜਿਹੜਾ ਜੋਤ ਰੂਪ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਪ੍ਰਗਟ ਹੈ, ਉਸ ਪਰਮਾਤਮਾ ਦੇ ਤਾਈਂ ਅਸੀਂ ਕਿਵੇਂ ਪਹੁੰਚ ਸਕਦੇ ਹਾਂ। ਤੇ ਜਦੋਂ ਇਹ ਗੱਲ ਦੀ ਸਾਡੇ ਮਨ ਦੇ ਅੰਦਰ ਚਿਣਗ ਲੱਗੇਗੀ, ਮਨ ਦੇ ਅੰਦਰ ਚਾਹਨਾ ਪੈਦਾ ਹੋਏਗੀ ਕਿ ਪਰਮਾਤਮਾ ਰਹਿਮਤ ਕਰ, ਕਿ ਸਹਿਭੰਗ ਪਰਮਾਤਮਾ ਅਸੀਂ ਤੇਰੇ ਨਾਲ ਜੁੜ ਸਕੀਏ। ਜਦੋਂ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਆਵੇਗੀ ਤੇ ਪਰਮਾਤਮਾ ਦੇ ਗੁਣਾਂ ਨੂੰ ਸਾਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਪਵੇਗਾ। ਤੇ ਜਦੋਂ ਪਰਮਾਤਮਾ ਦੇ ਜਿਹੜੇ ਗੁਣ ਨੇ, ਜਿਨ੍ਹਾਂ ਨੂੰ ਅਸੀਂ ਹੁਣੇ ਵਿਚਾਰਿਆ ਹੈ, ਜੀਵਨ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਅਸੀਂ ਵੀ ਜਿਵੇਂ ਪਰਮਾਤਮਾ ਸਮੇਂ ਦੇ ਚੱਕਰ ਤੋਂ ਰਹਿਤ ਹੈ, ਉਸ ਚੱਕਰ ਦੇ ਰਹਿਤ ਤੋਂ ਅਸੀਂ ਉਸ ਪਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ ਜਦੋਂ ਤੁਰਨ ਦੀ ਗੱਲ ਕਰਾਂਗੇ, ਤੇ ਫਿਰ ਕੀ ਹੋਏਗਾ? ਸਾਨੂੰ ਆਪਣੇ ਜੀਵਨ ਦੇ ਵਿੱਚ ਨਿਰਭਉ ਵਾਲੀ ਅਵਸਥਾ ਵੀ ਧਾਰਨ ਕਰਨੀ ਪਏਗੀ, ਨਿਰਵੈਰ ਵਾਲੀ ਅਵਸਥਾ ਵੀ ਧਾਰਨ ਕਰਨੀ ਪਵੇਗੀ। ਸਾਡੇ ਜੀਵਨ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ, ਭਉ, ਭੈ, ਭਾਵ ਨਹੀਂ। ਗੁਰੂ ਦੇ ਪ੍ਰਤੀ ਸਾਨੂੰ ਪ੍ਰੀਤ, ਸ਼ਰਧਾ, ਵੈਰਾਗ ਸਾਡੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਪਵੇਗਾ। ਜੀਵਨ ਦੇ ਅੰਦਰ ਨਿਰਭਉ ਧਾਰਨ ਕਰਦਿਆਂ ਪ੍ਰਮਾਤਮਾ ਦੇ ਨਾਲ ਜੁੜਨ ਦੇ ਵਾਸਤੇ ਆਪਣੇ ਜੀਵਨ ਦੇ ਅੰਦਰ ਅਕਾਲ ਮੂਰਤ ਤੱਕ ਪਹੁੰਚਣ ਦੇ ਵਾਸਤੇ, ਸਤਨਾਮ ਹਸਤੀ ਤੱਕ ਪਹੁੰਚਣ ਵਾਸਤੇ ਇੱਕ ਸਿਰੜ ਘਾਲਣੀ ਪਵੇਗੀ। ਉਹ ਘਾਲਣਾ ਸਾਨੂੰ ਸਤਨਾਮ ਦਾ ਜਾਪ ਕਰਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਸੇਵਾ ਕਰਦਿਆਂ ਇੱਕ ਦਿਨ ਇੱਕ ਓੰਕਾਰ ਦੇ ਤਾਈਂ ਪਹੁੰਚਾ ਸਕਦੀ ਹੈ। ਜੇਕਰ ਪਰਮਾਤਮਾ ਨਾਲ ਮਿਲਣਾ ਹੈ ਤੇ ਗੁਰਪ੍ਰਸਾਦ ਤੋਂ ਹੀ ਸਟਾਰਟ ਹੋਣਾ ਹੈ। ਤੇ ਗੁਰਪ੍ਰਸਾਦ ਦੇ ਤਾਈਂ ਸਟਾਰਟ ਹੋਣ ਤਾਈਂ, ਗੁਰਪ੍ਰਸਾਦ ਤੱਕ ਪਹੁੰਚਣ ਤੱਕ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 5 ਖੰਡਾਂ ਦੀ ਗੱਲ ਕੀਤੀ ਹੈ ਜਪਜੀ ਸਾਹਿਬ ਦੇ ਵਿੱਚ। ਉਹਨਾਂ 5 ਖੰਡਾਂ ਨੂੰ ਵੀ ਅਸੀਂ ਜਦੋਂ ਵਿਚਾਰਾਂਗੇ ਤਾਂ ਜਾ ਕੇ ਗੁਰਪ੍ਰਸਾਦ ਤੱਕ ਪਹੁੰਚਿਆ ਜਾਣਾ, ਤਾਂ ਜਾ ਕੇ ਪ੍ਰਮਾਤਮਾ ਇੱਕ ਓੰਕਾਰ ਦੇ ਤਾਈਂ ਜੁੜਿਆ ਜਾਣਾ। ਇਹ ਜਿਹੜੀ ਹੈ, ਇਹ ਅਧਿਆਤਮਕ ਮਾਰਗ ਦੇ ਪਾਂਧੀ ਬਣਨ ਵਾਸਤੇ ਸਾਨੂੰ ਹੋਰ ਅਗਲੇ ਸਟੈਪ ਲੈਣੇ ਪੈਣਗੇ। ਤੇ ਉਹਨਾਂ ਅਧਿਆਤਮਕ ਖੰਡਾਂ ਦੇ ਨਾਲ ਜੁੜਨ ਦੇ ਵਾਸਤੇ ਸਾਨੂੰ ਇੱਕ ਤਰੀਕਾ, ਇੱਕ ਸਲੀਕਾ ਲਿਆਉਣਾ ਪਵੇਗਾ, ਜਿਸ ਸਲੀਕੇ ਦੇ ਨਾਲ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਾਂਗੇ। ਤੇ ਸ਼ੁਰੂਆਤ ਉਹਦੀ ਮੂਲ ਮੰਤਰ ਤੋਂ ਹੀ ਹੋਣੀ ਹੈ। ਸੋ ਉਸ ਪਰਮਾਤਮਾ ਨਾਲ ਜੁੜਨ ਦੇ ਵਾਸਤੇ ਸਾਨੂੰ ਇੱਕ ਕਦਮ, ਇੱਕ ਪੁਲਾਂਘ ਪੁੱਟਣੀ ਪੈਣੀ ਹੈ। ਉਹ ਪੁਲਾਂਘ ਅਸੀਂ ਸਰਲੇਖ ਪੁਸਤਕ ਦੇ ਵਿੱਚ ਕਈ ਸਰਲੇਖਾਂ ਦੇ ਨਾਲ ਆਪ ਜੀਆਂ ਦੇ ਨਾਲ ਸਾਂਝ ਪਾਵਾਂਗੇ। ਵੱਖ-ਵੱਖ ਵੀਡੀਓਜ਼ ਦੇਖਣ ਦੇ ਲਈ ਸਿੱਖ ਦ੍ਰਿਸ਼ਟੀ ਚੈਨਲ ਦੇ ਨਾਲ ਜੁੜ ਕੇ ਧੰਨਵਾਦੀ ਬਣਾਓ। ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਧੰਨਵਾਦੀ ਬਣਾਓ। ਚੈਨਲ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।